ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਪਿਆਰਿਓ, ਇੱਕ ਵਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਮਰਦਾਨੇ, ਜੇ ਤੈਨੂੰ ਭੁੱਖ ਲੱਗੀ ਹੋਈ ਹੈ ਤਾਂ ਸਾਹਮਣੇ ਜੋ ਸ਼ਹਿਰ ਨਜ਼ਰ ਆਉਂਦਾ ਹੈ ਉੱਥੇ ਜਾ ਕੇ ਕੁਛ ਛਕ ਆਓ। ਫਿਰ ਭਾਈ ਮਰਦਾਨੇ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ, ਭੁੱਖ ਤਾਂ ਕਾਫੀ ਟਾਈਮ ਦੀ ਲੱਗੀ ਹੋਈ ਸੀ। ਗੁਰੂ ਜੀ ਨੇ ਕਿਹਾ, ਫਿਰ ਜਾਓ ਭਾਈ ਮਰਦਾਨੇ। ਜਦੋਂ ਗੁਰੂ ਜੀ ਨੇ 2-4 ਮਿੰਟ ਦੇ ਬਾਅਦ ਦੇਖਿਆ ਤਾਂ ਭਾਈ ਮਰਦਾਨਾ ਜੀ ਉੱਥੇ ਹੀ ਖੜੇ ਸੀ। ਫਿਰ ਗੁਰੂ ਜੀ ਨੇ ਪੁੱਛਿਆ, ਭਾਈ ਮਰਦਾਨੇ ਜੀ, ਤੁਸੀਂ ਕਿਉਂ ਨਹੀਂ ਗਏ? ਫਿਰ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ, ਮੈਂ ਕਿਵੇਂ ਜਾਵਾਂ? ਇਸ ਸੰਸਾਰੀ ਲੋਕਾਂ ਦਾ ਬਾਜ਼ਾਰ ਹੈ ਗੁਰੂ ਜੀ, ਇੱਥੇ ਪੈਸਿਆਂ ਦੇ ਨਾਲ ਹੀ ਚੀਜ਼ ਮਿਲਦੀ ਹੈ, ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਫਿਰ ਗੁਰੂ ਜੀ ਨੇ ਕਿਹਾ, ਭਾਈ ਮਰਦਾਨੇ ਤੂੰ ਬਹੁਤ ਅਮੀਰ ਹੈ। ਫਿਰ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ, ਗੁਰੂ ਜੀ, ਮੇਰੇ ਨਾਲ ਤੁਸੀਂ ਮਜ਼ਾਕ ਨਾ ਕਰੋ, ਤੁਹਾਨੂੰ ਵੀ ਪਤਾ ਹੈ ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਫਿਰ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ, ਭਾਈ ਮਰਦਾਨੇ, ਜਿੱਥੇ ਤੂੰ ਪੈਰ ਰੱਖਿਆ ਹੈ ਪਰਾਂ ਹੋ ਕੇ ਉੱਥੋਂ ਮਿੱਟੀ ਚੁੱਕ। ਜਦੋਂ ਭਾਈ ਮਰਦਾਨੇ ਨੇ ਰੇਤ ਦਾ ਬੁੱਕ ਭਰਿਆ ਤਾਂ ਫਿਰ ਗੁਰੂ ਜੀ ਨੇ ਕਿਹਾ, ਇਸ ਨੂੰ ਛਾਣ ਦੇ। ਜਦੋਂ ਭਾਈ ਮਰਦਾਨੇ ਨੇ ਮਿੱਟੀ ਭਰੇ ਕੀਤੀ ਤਾਂ ਭਾਈ ਮਰਦਾਨੇ ਜੀ ਦੇ ਹੱਥ ਵਿੱਚ ਇੱਕ ਲਾਲ ਰਹਿ ਗਿਆ, ਇੱਕ ਕੀਮਤੀ ਹੀਰਾ। ਫਿਰ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ, ਜਾ ਫਿਰ ਇਸ ਨੂੰ ਵੇਚ ਕੇ ਆ। ਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਭਾਈ ਮਰਦਾਨਾ ਜੀ ਨਜ਼ਦੀਕ ਦੇ ਨਗਰ ਪਟਨਾ ਵਿੱਚ ਪਹੁੰਚੇ। ਉਹਨਾਂ ਨੇ ਉਹ ਸੁੰਦਰ ਰਤਨ ਇੱਕ ਸਬਜ਼ੀ ਦੇ ਵਿਕਰੇਤਾ ਨੂੰ ਵਿਖਾਇਆ। ਉਸਨੇ ਕਿਹਾ, ਇਹ ਸੁੰਦਰ ਪੱਥਰ ਦਾ ਟੁਕੜਾ ਹੈ, ਮੇਰੇ ਕਿਸੇ ਕੰਮ ਦਾ ਨਹੀਂ ਹੈ, ਪਰ ਸੁੰਦਰ ਹੈ। ਮੈਂ ਬੱਚਿਆਂ ਦੇ ਖੇਡਣ ਦੇ ਲਈ ਲੈ ਲੈਂਦਾ ਹਾਂ ਅਤੇ ਤੁਸੀਂ ਆਪਣੀ ਲੋੜ ਅਨੁਸਾਰ ਮੇਰੇ ਕੋਲੋਂ ਬਦਲੇ ਦੇ ਵਿੱਚ ਸਬਜ਼ੀ ਲੈ ਸਕਦੇ ਹੋ। ਪਰ ਭਾਈ ਮਰਦਾਨਾ ਜੀ ਸੋਚਣ ਲੱਗੇ ਕਿ ਗੁਰੂ ਜੀ ਨੇ ਤਾਂ ਇਸ ਨੂੰ ਬਹੁਤ ਅਮੁੱਲ ਦੱਸਿਆ ਹੈ, ਮੈਂ ਕਿਤੇ ਦੂਜੇ ਵਪਾਰੀ ਨੂੰ ਦਿਖਾਉਂਦਾ ਹਾਂ। ਉਹ ਇੱਕ ਹਲਵਾਈ ਦੀ ਦੁਕਾਨ ਉੱਤੇ ਗਏ ਅਤੇ ਰਤਨ ਨੂੰ ਵਿਖਾਇਆ। ਉਸ ਦੁਕਾਨਦਾਰ ਨੇ ਕਿਹਾ, ਠੀਕ ਹੈ, ਇਹ ਅਤੀ ਸੁੰਦਰ ਪੱਥਰ ਹੈ, ਪਰ ਮੇਰੇ ਕਿਸੇ ਕੰਮ ਦਾ ਨਹੀਂ ਹੈ। ਜੇਕਰ ਤੁਸੀਂ ਇਸ ਨੂੰ ਵੇਚਣਾ ਹੀ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਢਿੱਡ ਭਰ ਭੋਜਨ, ਮਠਿਆਈ ਆਦਿ ਖਾਣ ਨੂੰ ਦੇ ਸਕਦਾ ਹਾਂ। ਇਸ ਪੱਥਰ ਨੂੰ ਮੈਂ ਆਪਣੇ ਤਰਾਜੂ ਉੱਤੇ ਲਗਾਵਾਂਗਾ। ਫਿਰ ਭਾਈ ਮਰਦਾਨਾ ਜੀ ਇੱਕ ਕੱਪੜੇ ਦੀ ਦੁਕਾਨ ਉੱਤੇ ਪਹੁੰਚੇ। ਉਸ ਕੱਪੜੇ ਦੇ ਵਪਾਰੀ ਨੇ ਭਾਈ ਮਰਦਾਨੇ ਨੂੰ ਇੱਕ ਜੋੜਾ ਵਸਤਰਾਂ ਦਾ ਦੇਣਾ ਸਵੀਕਾਰ ਕੀਤਾ। ਫਿਰ ਭਾਈ ਮਰਦਾਨਾ ਜੀ ਪੁੱਛਦੇ ਪੁੱਛਦੇ ਇੱਕ ਸਾਲਸਰਾਏ ਜੌਹਰੀ ਦੀ ਦੁਕਾਨ ਉੱਤੇ ਪਹੁੰਚ ਗਏ। ਉਸ ਦੇ ਕਰਮਚਾਰੀ ਨੇ ਉਸ ਰਤਨ ਨੂੰ ਵੇਖਿਆ ਅਤੇ ਬਹੁਤ ਪ੍ਰਭਾਵਿਤ ਹੋਇਆ। ਕਹਿਣ ਲੱਗਾ, ਮੈਂ ਇਸ ਰਤਨ ਨੂੰ ਆਪਣੇ ਮਾਲਕ ਨੂੰ ਵਿਖਾ ਕੇ ਇਸ ਦਾ ਅਸਲੀ ਮੁੱਲ ਦੱਸ ਪਾਵਾਂਗਾ, ਕਿਉਂਕਿ ਇਹ ਰਤਨ ਅਸਮਾਨੀय ਹੈ, ਪਹਿਲਾਂ ਕਦੇ ਅਜਿਹਾ ਰਤਨ ਵੇਖਿਆ ਨਹੀਂ ਗਿਆ। ਜਦੋਂ ਸਾਲਸਰਾਏ ਨੇ ਉਸ ਰਤਨ ਨੂੰ ਦੇਖਿਆ ਤਾਂ ਸਿਰ ਝੁਕਾ ਕੇ ਰਤਨ ਨੂੰ ਪ੍ਰਣਾਮ ਕੀਤਾ ਅਤੇ ਕਿਹਾ, ਇਹ ਰਤਨ ਨਹੀਂ, ਕੁਦਰਤ ਦਾ ਕਰਿਸ਼ਮਾ ਹੈ। ਇਸ ਦੇ ਅੰਦਰ ਪ੍ਰਕਾਸ਼ ਪੁੰਜ ਇੱਕ ਵਿਸ਼ੇਸ਼ ਪ੍ਰਕਾਰ ਦਾ ਪ੍ਰਤੀਬਿੰਬ ਬਣਾਉਂਦੇ ਹਨ, ਜਿਸ ਵਿੱਚ ਸੰਕਲਿਤ ਹੈ ਕਿ ਦਰਸ਼ਨ ਭੇਟ 100 ਰੁਪਏ ਅਤੇ ਇਹ ਅਮੁੱਲ ਹੈ। ਮੈਂ ਇਸ ਨੂੰ ਖਰੀਦਣ ਲਾਇਕ ਨਹੀਂ ਹਾਂ, ਮੈਂ ਤਾਂ ਇਸ ਦੀ ਦਰਸ਼ਨ ਭੇਟ ਹੀ ਕਰ ਸਕਦਾ ਹਾਂ। ਉਸ ਨੇ ਮਰਦਾਨੇ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਭੋਜਨ ਕਰਾਇਆ। ਮਹਿਮਾਨ ਆਦਰ ਕਰਕੇ ਕਿਹਾ ਕਿ ਇਹ ਰਤਨ ਤੁਸੀਂ ਵਾਪਸ ਲੈ ਜਾਵੋ।
ਮੇਰੇ ਵੱਲੋਂ ਇਸ ਦੀ ਦਰਸ਼ਨ ਭੇਟ ਸਵੀਕਾਰ ਕਰਕੇ ਆਪਣੇ ਸੁਆਮੀ ਨੂੰ ਦੇ ਦਿਓ। ਫਿਰ ਭਾਈ ਮਰਦਾਨੇ ਜੀ ਨੇ ਕਿਹਾ, ਮੈਂ ਇਹ ਪੈਸਾ ਰਾਸ਼ੀ ਬਿਨਾਂ ਕਾਰਨ ਸਵੀਕਾਰ ਨਹੀਂ ਕਰ ਸਕਦਾ, ਕਿਉਂਕਿ ਤੁਸੀਂ ਸਾਡਾ ਰਤਨ ਖਰੀਦਿਆ ਹੀ ਨਹੀਂ। ਮੈਂ ਇਹ ਰੁਪਈਏ ਕਿਵੇਂ ਲਵਾਂ? ਸਾਲਸਰਾਏ ਨੇ ਮਜਬੂਰ ਕਰਨ ਉੱਤੇ ਮਰਦਾਨੇ ਜੀ ਨੇ ਉਹ ਰੁਪਈਆਂ ਦੀ ਥੈਲੀ ਗੁਰੂ ਜੀ ਤੱਕ ਪਹੁੰਚਾਉਣੀ ਸਵੀਕਾਰ ਕਰ ਲਈ। ਜਦੋਂ ਭਾਈ ਮਰਦਾਨਾ ਜੀ ਉਹ ਥੈਲੀ ਲੈ ਕੇ ਗੁਰੂ ਜੀ ਦੇ ਸਾਹਮਣੇ ਮੌਜੂਦ ਹੋਏ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ, ਜਦੋਂ ਉਸਨੇ ਸਾਡਾ ਰਤਨ ਖਰੀਦਿਆ ਹੀ ਨਹੀਂ, ਤੁਸੀਂ ਉਸ ਦਾ ਪੈਸਾ ਬਿਨਾਂ ਕਾਰਨ ਸਵੀਕਾਰ ਕਿਉਂ ਕੀਤਾ? ਇਹ ਪੈਸਾ ਵਾਪਸ ਦੇ ਦਿਓ। ਜਦੋਂ ਭਾਈ ਮਰਦਾਨਾ ਜੀ ਉਸ ਥੈਲੇ ਨੂੰ ਲੈ ਕੇ ਸਾਲਸਰਾਏ ਦੇ ਕੋਲ ਆਏ ਤਾਂ ਸਾਲਸਰਾਏ ਅਤੇ ਉਸਦੇ ਕਰਮਚਾਰੀ ਸੋਚਿਆ ਕਿ ਇਸ ਰਤਨ ਦਾ ਸੁਆਮੀ ਜਾਂ ਤਾਂ ਕੋਈ ਮਹਾਨ ਧਨਵਾਨ ਹੈ, ਜਿਸ ਦੇ ਲਈ ਇਹ ਵਡਮੁੱਲਾ ਪਦਾਰਥ ਸਧਾਰਨ ਜਿਹੀ ਚੀਜ਼ ਹੈ, ਜਾਂ ਕੋਈ ਮਹਾਂਪੁਰਖ ਹੋਵੇਗਾ ਜੋ ਪੈਸਾ ਸੰਪਤੀ ਦੇ ਮੋਹ ਵੱਲੋਂ ਵਿਮੁਖ ਹੈ। ਫਿਰ ਸਾਲਸਰਾਏ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਠੀਕ ਹੈ, ਤੁਸੀਂ ਇਸ ਪੈਸੇ ਨੂੰ ਲੈ ਕੇ ਮਰਦਾਨੇ ਜੀ ਦੇ ਨਾਲ ਇਸ ਦੇ ਗੁਰੂ ਜੀ ਦੇ ਕੋਲ ਪਹੁੰਚੋ। ਮੈਂ ਕੁਛ ਉਪਹਾਰ ਲੈ ਕੇ ਤੁਹਾਡੇ ਪਿੱਛੇ ਆ ਰਿਹਾ ਹਾਂ। ਫਿਰ ਸਾਲਸਰਾਏ ਦੇ ਕਰਮਚਾਰੀ ਗੁਰੂ ਜੀ ਦੇ ਸਾਹਮਣੇ ਮੌਜੂਦ ਹੋਏ ਅਤੇ ਗੁਰੂ ਜੀ ਨੂੰ ਪ੍ਰਣਾਮ ਕੀਤਾ। ਉਹ ਰਤਨ ਅਤੇ 100 ਰੁਪਏ ਦੀ ਥੈਲੀ ਗੁਰੂ ਜੀ ਨੂੰ ਅਰਪਿਤ ਕੀਤੀ। ਫਿਰ ਗੁਰੂ ਜੀ ਬੋਲੇ, ਤੁਸੀਂ ਕੀ ਕਾਰਜ ਕਰਦੇ ਹੋ? ਉਸਨੇ ਜਵਾਬ ਦਿੱਤਾ, ਮੈਂ ਰਤਨਾਂ ਦੀ ਪ੍ਰੀਖਿਆ ਕਰਦਾ ਹਾਂ। ਫਿਰ ਗੁਰੂ ਜੀ ਬੋਲੇ, ਫਿਰ ਤਾਂ ਤੁਸੀਂ ਇਸ ਰਤਨ ਨੂੰ ਵੀ ਪਰਖਿਆ ਹੋਵੇਗਾ। ਫਿਰ ਉਸਨੇ ਜਵਾਬ ਦਿੱਤਾ, ਹੁਣ ਤੱਕ ਤਾਂ ਇਸ ਕੰਕਰ ਪੱਥਰਾਂ ਨੂੰ ਹੀ ਪਰਖਦਾ ਰਿਹਾ ਹਾਂ। ਤੁਸੀਂ ਮੈਨੂੰ ਨਜ਼ਰ ਪ੍ਰਦਾਨ ਕਰੋ, ਮੈਂ ਇਹਨਾਂ ਤੋਂ ਉੱਪਰ ਉੱਠ ਕੇ ਜੀਵਨ ਰੂਪੀ ਅਣਮੁੱਲ ਨਿਧੀ ਦੀ ਵੀ ਜਾਂਚ ਕਰ ਸਕਾਂ। ਮੈਂ ਆਪਣੇ ਵਡਮੁੱਲੇ ਸਵਾਸਾਂ ਦਾ ਸਹੀ ਉਪਯੋਗ ਕਰ ਸਕਾਂ। ਫਿਰ ਗੁਰੂ ਜੀ ਨੇ ਕਿਹਾ, ਤੂੰ ਆਪਣੇ ਜੀਵਨ ਦੇ ਮਹੱਤਵ ਨੂੰ ਜਾਣਦਾ ਹੈ, ਤੈਨੂੰ ਕੇਵਲ ਮਾਰਗ ਦਰਸ਼ਨ ਦੀ ਲੋੜ ਹੈ। ਫਿਰ ਸਾਲਸਰਾਏ ਵੀ ਆਪਣੇ ਸੇਵਕਾਂ ਦੇ ਨਾਲ ਉੱਥੇ ਆ ਗਿਆ। ਉਸਨੇ ਆ ਕੇ ਗੁਰੂ ਜੀ ਨੂੰ ਪ੍ਰਣਾਮ ਕੀਤਾ ਅਤੇ ਅਰਦਾਸ ਕੀਤੀ, ਇਹ ਛੋਟੀ ਜਿਹੀ ਭੇਟ ਸਵੀਕਾਰ ਕਰੋ। ਫਿਰ ਗੁਰੂ ਜੀ ਨੇ ਉਸ ਨੂੰ ਕਿਹਾ, ਭਗਤ ਜੀ, ਇਹ ਰੁਪਈਆਂ ਦੀ ਥੈਲੀ ਕਿਸ ਲਈ ਦੇ ਰਹੇ ਹੋ? ਫਿਰ ਸਾਲਸਰਾਏ ਨੇ ਕਿਹਾ, ਇਹ ਤੁਹਾਡੇ ਰਤਨ ਦੀ ਦਰਸ਼ਨ ਭੇਟਾ ਹੈ। ਫਿਰ ਗੁਰੂ ਜੀ ਨੇ ਕਿਹਾ, ਤੁਸੀਂ ਰਤਨਾਂ ਨੂੰ ਪਰਖਣ ਵਾਲੇ ਹੋ? ਉਸਨੇ ਜਵਾਬ ਦਿੱਤਾ, ਜੀ ਗੁਰੂ ਜੀ। ਫਿਰ ਗੁਰੂ ਜੀ ਨੇ ਕਿਹਾ, ਮਨੁੱਖ ਜਨਮ ਰੂਪੀ ਰਤਨ ਨੂੰ ਤੁਸੀਂ ਖੂਬ ਪਰਖ ਕੇ ਕਸੌਟੀ ਉੱਤੇ ਕੱਸਿਆ ਹੋਵੇਗਾ। ਫਿਰ ਉਸਨੇ ਜਵਾਬ ਦਿੱਤਾ, ਨਹੀਂ ਗੁਰੂ ਜੀ, ਮੈਂ ਤਾਂ ਸਿਰਫ ਇਹ ਚਮਕੀਲੇ ਪੱਥਰ ਹੀ ਪਰਖ ਕੇ ਇਕੱਠੇ ਕਰਦਾ ਰਿਹਾ ਹਾਂ। ਫਿਰ ਗੁਰੂ ਜੀ ਨੇ ਕਿਹਾ, ਅਖੀਰ ਇਸ ਕੰਕਰ ਪੱਥਰਾਂ ਦਾ ਕੀ ਕਰੇਗਾ, ਜਦੋਂ ਸਾਸਾਂ ਦੀ ਅਣਮੁੱਲ ਪੂੰਜੀ ਹੀ ਖਤਮ ਹੋ ਜਾਵੇਗੀ? ਫਿਰ ਸਾਲਸਰਾਏ ਨੇ ਕਿਹਾ, ਗੁਰੂ ਜੀ, ਮੈਂ ਕਦੇ ਹੀ ਸੋਚਿਆ ਹੀ ਨਹੀਂ। ਫਿਰ ਗੁਰੂ ਜੀ ਨੇ ਕਿਹਾ, ਹੱਲੇ ਵੀ ਸਮਾਂ ਹੈ, ਤੁਸੀਂ ਆਪਣੀ ਨਜ਼ਰ ਬਦਲੋ, ਅਸਲੀ ਜੌਹਰੀ ਬਣੋ। ਆਪਣਾ ਜੀਵਨ ਸਫਲ ਕਰਨਾ ਹੀ ਮਨੁੱਖ ਦਾ ਮੁੱਖ ਲਕਸ਼ ਹੈ। ਸਾਨੂੰ ਆਪਣੇ ਅੰਦਰ ਛਿਪੇ ਹੋਏ ਪਰਮਾਤਮਾ ਦੇ ਅੰਸ਼ ਨੂੰ ਖੋਜਣਾ ਚਾਹੀਦਾ ਹੈ। ਜਿਸ ਤਰ੍ਹਾਂ ਤੁਸੀਂ ਰਤਨਾਂ ਵਿੱਚੋਂ ਪ੍ਰਕਾਸ਼ ਦੇ ਪੁੰਜ ਨੂੰ ਪਹਿਚਾਣਦੇ ਹੋ। ਫਿਰ ਸਾਲਸਰਾਏ ਨੇ ਗੁਰੂ ਜੀ ਨੂੰ ਕਿਹਾ, ਤੁਸੀਂ ਮੇਰੇ ਉੱਤੇ ਜੋ ਕਿਰਪਾ ਕੀਤੀ ਹੈ, ਜੋ ਮੈਨੂੰ ਜਾਗਰਤ ਕਰਕੇ ਜੀਵਨ ਦਾ ਲਕਸ਼ ਦੱਸਿਆ ਹੈ, ਮੈਂ ਤੁਹਾਡੇ ਦੱਸੇ ਮਾਰਗ ਅਨੁਸਾਰ ਆਪਣੇ ਅੰਦਰ ਪਰਮਾਤਮਾ ਦੇ ਅੰਸ਼ ਰੂਪੀ ਰਤਨ ਦੀ
ਖੋਜ ਵਿੱਚ ਜੁਟ ਜਾਵਾਂਗਾ। ਫਿਰ ਗੁਰੂ ਜੀ ਨੇ ਸਾਲਸਰਾਏ ਨੂੰ ਕਿਹਾ, ਤੁਸੀਂ ਮਹਾਨ ਹੋ, ਪਰ ਤੁਹਾਡਾ ਸੇਵਕ ਤੁਹਾਡੇ ਨਾਲੋਂ ਵੀ ਮਹਾਨ ਹੈ, ਕਿਉਂਕਿ ਉਹ ਇਸ ਰਹੱਸ ਨੂੰ ਪਹਿਲਾਂ ਤੋਂ ਹੀ ਜਾਣਦਾ ਹੈ। ਇਸ ਲਈ ਉਹ ਆਤਮਿਕ ਦੁਨੀਆ ਵਿੱਚ ਤੁਹਾਡੇ ਨਾਲੋਂ ਵੀ ਅੱਗੇ ਹੈ ਅਤੇ ਉਸ ਨੂੰ ਆਪਣਾ ਮਾਰਗ ਪ੍ਰਦਰਸ਼ਨ ਮੰਨ ਲਓ। ਇਸ ਵਿੱਚ ਹੀ ਤੁਹਾਡਾ ਕਲਿਆਣ ਹੋ ਜਾਵੇਗਾ। ਫਿਰ ਸਾਲਸਰਾਏ ਨੇ ਕਿਹਾ, ਜਿਸ ਤਰ੍ਹਾਂ ਤੁਹਾਡੀ ਆਗਿਆ ਗੁਰੂ ਜੀ। ਇਸ ਤਰ੍ਹਾਂ ਗੁਰੂ ਜੀ ਉੱਥੇ ਕੁਝ ਮਹੀਨੇ ਠਹਿਰੇ, ਧਰਮ ਦਾ ਪ੍ਰਚਾਰ ਕੀਤਾ, ਧਰਮ ਪ੍ਰਚਾਰਕ ਕੇਂਦਰ ਸਥਾਪਿਤ ਕੀਤਾ, ਜਿਸ ਦਾ ਮੁਖੀ ਸਾਲਸਰਾਏ ਜੌਹਰੀ ਨੂੰ ਬਣਾਇਆ। ਸਤਿਨਾਮ ਸ੍ਰੀ ਵਾਹਿਗੁਰੂ ਜੀ।